ਸੋ +1 ਕਲਾਸ ਜੋ ਲਾਸਟ ਅਸੀਂ ਸਿਸਟਮੈਟਿਕਸ ਦਾ ਫੀਲਡ ਕਰਨ ਜਾ ਰਹੇ ਹਾਂ ਦੈਟ ਇਜ਼ ਟੈਕਸੋਨੋਮੀ। ਓਕੇ, ਸੋ ਉਮੀਦ ਹੈ ਕਿ ਯਾਦ ਹੋਏਗੀ ਟੈਕਸੋਨੋਮੀ ਦੀ ਡੈਫੀਨੇਸ਼ਨ ਤੁਸੀਂ ਆਪਣੀ ਬੁੱਕਸ ਦੇ ਉੱਪਰੋਂ ਦੀ ਪੜ੍ਹ ਲਈ ਹੋਏਗੀ। ਠੀਕ ਹੈ, ਸੋ ਉਹ ਬਹੁਤ ਸਾਰੇ ਪ੍ਰਿੰਸੀਪਲਸ ਹੈ ਜਾਂ ਰੂਲਸ ਹੈ, ਠੀਕ ਹੈ, ਜਿਹਦੇ ਅੰਡਰ ਕੇ ਆਰਗੇਨਿਜ਼ਮਸ ਨੂੰ ਕੀ ਕੀਤਾ ਜਾਂਦਾ, ਕਲਾਸੀਫਾਈ ਕੀਤਾ ਜਾਂਦਾ। ਸੋ ਟੈਕਸੋਨੋਮੀ ਇਟ ਇਜ਼ ਦ ਬ੍ਰਾਂਚ ਆਫ ਦ ਬਾਇਓਲੋਜੀ ਦੈਟ ਡੀਲਸ ਵਿਦ ਦ framing of laws and principles of classifying the organisms on the basis of their evolutionary relationships। okay, so taxonomy ਨੂੰ ਹੁਣ ਅਸੀਂ ਡਿਟੇਲ ਦੇ ਵਿੱਚ ਪੜ੍ਹਨਾ ਹੈ। ਉਹਦੇ 'ਚ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਂਦਾ ਟੈਕਸੋਨੋਮਿਕ ਕੈਟਾਗਰੀਜ਼। ਠੀਕ, ਸੋ ਟੈਕਸੋਨੋਮਿਕ ਕੈਟਾਗਰੀ ਮੀਨਸ ਦ ਵੇਰੀਅਸ ਗਰੁੱਪਿੰਗ ਲੈਵਲਸ ਔਰ ਰੈਂਕਸ in the classification are known as taxonomic categories। ਵੀ ਅਸੀਂ ਜਦੋਂ ਕਲਾਸੀਫਾਈ ਕੀਤਾ ਤੇ ਆਰਗੇਨਿਜ਼ਮਸ ਨੂੰ ਅਸੀਂ ਕਾਹਦੇ ਵਿੱਚ ਰੱਖਿਆ, ਕਿਹੜੇ ਅਲੱਗ-ਅਲੱਗ ਰੈਂਕਸ ਦਿੱਤੇ ਅਸੀਂ ਉਹਨਾਂ ਨੂੰ, ਕਿਹੜੇ ਅਲੱਗ-ਅਲੱਗ ਲੈਵਲਸ ਦੇ ਵਿੱਚ ਅਸੀਂ ਰੱਖਿਆ ਆਰਗੇਨਿਜ਼ਮਸ ਨੂੰ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਟੈਕਸੋਨੋਮਿਕ ਕੈਟਾਗਰੀਜ਼ ਕਹਿ ਦਿੰਦੇ ਹਾਂ। ਦੇਅਰ ਆਰ 7 ਮੇਜਰ ਟੈਕਸੋਨੋਮਿਕ ਕੈਟਾਗਰੀਜ਼, ਸੋ ਦੇ ਆਰ ਆਲਸੋ ਨੋਨ ਐਜ਼ ਓਬਲੀਗੇਟ ਕੈਟਾਗਰੀਜ਼। ਓਕੇ, ਸੋ ਇੱਕ ਸ਼ਬਦ ਤੁਹਾਡੇ ਕੋਲ ਅੱਗੇ ਜਾ ਕੇ ਫਿਰ ਆਣਾ ਇੰਟਰਮੀਡੀਏਟ ਕੈਟਾਗਰੀਜ਼ ਵੀ ਆਣਾ, ਉਹਦੇ ਲਈ ਬਾਅਦ ਦੇ ਵਿੱਚ ਦੱਸਾਂਗੇ। ਠੀਕ ਹੈ, ਸੋ ਮੇਨ ਜਿਹੜੀਆਂ 7 ਕੈਟਾਗਰੀਜ਼ ਹੈਗੀਆਂ ਨੇ, ਸੋ ਉਹ ਕਿਹੜੀਆਂ ਨੇ। ਠੀਕ ਹੈ, ਸੋ ਸਪੀਸੀਜ਼ ਨੀਚੋਂ ਦੀ ਜੇਕਰ ਅਸੀਂ ਸ਼ੁਰੂ ਹੋ ਜਾਂਦੇ ਹਾਂ, ਸਪੀਸੀਜ਼ ਬਹੁਤ ਸਾਰੀਆਂ ਸਪੀਸੀਜ਼ ਮਿਲ ਕੇ ਇੱਕ ਜੀਨਸ ਦੇ ਅੰਦਰ ਚਲੀਆਂ ਜਾਂਦੀਆਂ। ਬਹੁਤ ਸਾਰੇ ਜੀਨਸ ਜਿਹੜੇ ਹੈਗੇ ਆ ਉਹ ਇੱਕ ਫੈਮਿਲੀ ਮਿਲ ਕੇ ਫੈਮਿਲੀ ਬਣਾ ਦਿੰਦੇ ਆ। ਬਹੁਤ ਸਾਰੀਆਂ ਫੈਮਲੀਜ਼ ਜਿਹੜੀਆਂ ਹੈਗੀਆਂ ਨੇ ਇਕੱਠੀਆਂ ਹੋ ਕੇ ਆਰਡਰ ਬਣਾ ਦਿੰਦੀਆਂ। ਆਰਡਰ ਬਹੁਤ ਸਾਰੇ ਇਕੱਠੇ ਹੋ ਕੇ ਕਲਾਸ ਜਿਹੜੇ ਹੈਗੇ ਆ, ਠੀਕ ਹੈ, ਮਿਲ ਕੇ ਕਿੱਥੇ ਚਲੀ ਜਾਂਦੀਆਂ, ਫਾਈਲਮਸ ਦੇ ਵਿੱਚ ਜਾਂ ਫਿਰ ਡਿਵੀਜ਼ਨ ਦੇ ਵਿੱਚ। ਅਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਹ ਵਾਲੀ ਜਿਹੜੀ ਕੈਟਾਗਰੀ ਹੈ ਨਾ, ਫਾਈਲਮ ਔਰ ਡਿਵੀਜ਼ਨ, ਇੱਥੇ 2 ਕਿਉਂ ਲਿਖੀਆਂ ਤੁਸੀਂ ਦੇਖ ਰਹੇ ਹੋਵੋਗੇ, ਬਾਕੀ ਸਾਰੀਆਂ ਕੈਟਾਗਰੀਜ਼ ਤਾਂ ਇੱਕ ਹੀ ਹੈ ਨਾ। ਇਹ 2 ਕਿਉਂ ਹੈ, ਕਿਉਂਕਿ ਜੇਕਰ ਤਾਂ ਅਸੀਂ ਕਲਾਸੀਫਿਕੇਸ਼ਨ ਲਿਖਦੇ ਪਏ ਹਾਂ, ਜਦੋਂ ਵੀ ਤੁਸੀਂ ਕਲਾਸੀਫਿਕੇਸ਼ਨ ਵੀ ਲਿਖਣੀ ਹੈ ਨਾ, ਆਰਗੇਨਿਜ਼ਮਸ ਦੀ ਕਲਾਸੀਫਿਕੇਸ਼ਨ ਵੀ ਹੁੰਦੀ ਹੈ। ਪ੍ਰੈਕਟੀਕਲ ਦੇ ਵਿੱਚ ਅਸੀਂ ਜ਼ਿਆਦਾ ਲਿਖਦੇ ਹਾਂ, ਮੈਂ ਤੁਹਾਨੂੰ ਐਗਜ਼ਾਮਪਲਸ ਵੀ ਦਊਂਗੀ, ਕਲਾਸੀਫਾਈ ਕਰੂੰਗੀ ਮੈਂ ਕੁਛ ਆਰਗੇਨਿਜ਼ਮਸ ਨੂੰ ਨਾ, ਤੁਹਾਨੂੰ ਉੱਥੋਂ ਜ਼ਿਆਦਾ ਕਲੀਅਰ ਹੋ ਜਾਏਗਾ। ਸੋ ਕੀ ਹੈ ਕਿ ਜੇਕਰ ਤਾਂ ਅਸੀਂ ਕਲਾਸੀਫਿਕੇਸ਼ਨ ਲਿਖਦੇ ਪਏ ਹਾਂ ਪਲਾਂਟਸ ਦੀ, ਦੈਨ ਅਸੀਂ ਕਲਾਸ ਜਿਹੜੀ ਹੈਗੀ ਆ ਉਹਦੇ ਤੋਂ ਬਾਅਦ ਅਸੀਂ ਕਿਹੜਾ ਵਰਡ ਯੂਜ਼ ਕਰਨਾ ਹੁੰਦਾ, ਡਿਵੀਜ਼ਨ। ਜੇਕਰ ਐਨੀਮਲਸ ਦੀ ਕਰਦੇ ਪਏ ਹਾਂ ਤੇ ਫਿਰ ਫਾਈਲਮ, ਹੈ ਨਾ। ਠੀਕ ਆ, ਸੋ ਹੁਣ ਤੇ ਬਹੁਤ ਸਾਰੀਆਂ ਫਾਈਲਮਸ ਜਿਹੜੀਆਂ ਹੈਗੀਆਂ, ਸੋ ਰਿਲੇਟਡ ਫਾਈਲਮਸ ਜਾਂ ਫਿਰ ਡਿਵੀਜ਼ਨਸ ਜਿਹੜੀਆਂ ਨੇ ਉਹ ਫਿਰ ਕਿੰਗਡਮ ਦੇ ਵਿੱਚ ਚਲੀਆਂ ਜਾਂਦੀਆਂ। ਇਹ ਤੁਹਾਨੂੰ ਡਿਟੇਲ 'ਚ ਵੀ ਸਮਝਾਵਾਂਗੇ। ਹੁਣ ਦੇਖੋ ਤੁਸੀਂ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਯਾਦ ਰੱਖਣਾ, ਮੈਂ ਤੁਹਾਨੂੰ ਆਪਣਾ ਦੱਸ ਦਿੰਦੀ ਹਾਂ ਕਿ ਮੈਂ ਕਿਸ ਤਰੀਕੇ ਨਾਲ ਯਾਦ ਕੀਤਾ ਹੋਇਆ। ਮੈਂ ਦੇਖੋ ਕਿ ਜੇਕਰ ਅਸੀਂ ਪਲਾਂਟਸ ਦੀ ਕਲਾਸੀਫਿਕੇਸ਼ਨ ਕਰਦੇ ਪਏ ਹਾਂ ਨਾ, ਪਰ ਅਸੀਂ ਉਹਦੇ ਲਈ ਕਿਹੜੀ ਕੈਟਾਗਰੀ ਯੂਜ਼ ਕਰਨੀ ਹੈ, ਡਿਵੀਜ਼ਨ। ਮੈਂ ਇੱਦਾਂ ਯਾਦ ਰੱਖਿਆ ਵੀ ਪੀ ਤੋਂ ਪਲਾਂਟ ਉਲਟ ਵਾਲਾ ਯਾਦ ਰੱਖਣਾ ਹੈਗਾ। ਜਦ ਕਿ ਤੁਸੀਂ ਸੋਚੋਗੇ ਕਿ ਪੀ ਤੋਂ ਪਲਾਂਟ ਅਤੇ ਪੀ ਤੋਂ ਫਾਈਲਮ ਹੋਣਾ ਚਾਹੀਦਾ। ਨਹੀਂ, ਇਹ ਸੌਖਾ ਤਰੀਕਾ ਯਾਦ ਰੱਖਣ ਦਾ, ਪਰ ਇਸ ਤਰ੍ਹਾਂ ਨਹੀਂ ਹੈ। ਪਲਾਂਟਸ ਦੇ ਲਈ ਅਸੀਂ ਡਿਵੀਜ਼ਨ ਯੂਜ਼ ਕਰਨੀ ਹੈ, ਐਨੀਮਲਸ ਦੇ ਲਈ ਅਸੀਂ ਫਾਈਲਮ ਯੂਜ਼ ਕਰਨਾ। ਓਕੇ, ਸੋ ਹੋਰ ਇੱਕ ਗੱਲ ਇਹ ਭੁੱਲ ਜਾਂਦਾ। ਹਾਂਜੀ ਜੀ, ਵੀ ਪਹਿਲਾਂ ਕੀ ਆਉਣਾ, ਤੁਸੀਂ ਉੱਪਰੋਂ ਦੀ ਥੱਲੇ ਨੂੰ ਵੀ ਜਾ ਸਕਦੇ ਹੋ, ਥੱਲੇ ਤੋਂ ਉੱਪਰ ਨੂੰ ਵੀ ਜਾ ਸਕਦੇ ਹੋ। ਨੈਚੁਰਲੀ ਜਦੋਂ ਤੁਸੀਂ ਉੱਪਰ ਤੋਂ ਥੱਲੇ ਨੂੰ ਆ ਰਹੇ ਹੋ ਤਾਂ ਇਹ ਡਿਕਰੀਜ਼ਿੰਗ ਸਪੈਸੀਫਿਸਿਟੀ ਹੈ। ਨਹੀਂ, ਕਿੰਗਡਮ ਬਹੁਤ ਵੱਡੀ ਹੁੰਦੀ ਹੈ ਨਾ, ਕਿੰਗਡਮ ਦੇ ਵਿੱਚ ਬਹੁਤ ਕੁਛ ਹੁੰਦਾ। ਠੀਕ ਹੈ, ਫਾਈਲਮ ਉਸ ਤੋਂ ਛੋਟੀ, ਕਲਾਸ ਉਸ ਤੋਂ ਛੋਟੀ, ਆਰਡਰ, ਫੈਮਿਲੀ, ਜੀਨਸ, ਸਪੀਸੀਜ਼ ਸਭ ਤੋਂ ਛੋਟੀ ਹੈ। ਬੇਸਿਕ ਟਿਕਾ ਇਹ ਯੂਨਿਟ ਹੈਗੀ ਹੈ ਕਲਾਸੀਫਿਕੇਸ਼ਨ ਦੀ। ਇਹ ਅਸੀਂ ਕੀ ਕਰ ਰਹੇ ਹਾਂ, ਆਰਗੇਨਿਜ਼ਮਸ ਨੂੰ ਕਲਾਸੀਫਾਈ ਕਰਦੇ ਪਏ ਹਾਂ ਨਾ। ਠੀਕ, ਸੋ ਇਸ ਤਰੀਕੇ ਦੇ ਨਾਲ ਇਹ ਫਿਰ ਡਿਕਰੀਜ਼ਿੰਗ ਆਰਡਰ ਹੈਗਾ। ਜੇ ਅਸੀਂ ਥੱਲੇ ਤੋਂ ਉੱਪਰ ਨੂੰ ਜਾ ਰਹੇ ਹਾਂ ਉਹ ਇਨਕਰੀਜ਼ਿੰਗ ਆਰਡਰ ਹੈਗਾ। ਸਪੀਸੀਜ਼ ਬਹੁਤ ਛੋਟੀਆਂ ਹੁੰਦੀਆਂ, ਜੀਨਸ ਉਸ ਤੋਂ ਵੱਡਾ, ਫੈਮਿਲੀ ਉਸ ਤੋਂ ਵੱਡੀ, ਆਰਡਰ ਉਸ ਤੋਂ ਵੱਡਾ, ਕਿਉਂਕਿ ਇਹਨਾਂ ਦੇ ਅੰਦਰ ਬਹੁਤ ਸਾਰੀਆਂ ਫੈਮਲੀਜ਼ ਸਮਾਈਆਂ ਹੋਈਆਂ। ਕਲਾਸ ਦੇ ਅੰਦਰ ਬਹੁਤ ਸਾਰੇ ਆਰਡਰ ਸਮਾਏ ਹੋਏ, ਅਤੇ ਫਿਰ ਸਭ ਤੋਂ ਵੱਡੀ ਹੋਈ ਨਾ ਯੂਨਿਟ ਕਲਾਸੀਫਿਕੇਸ਼ਨ ਦੀ ਕਿੰਗਡਮ, ਜਿਹਨੇ ਆਪਣੇ ਅੰਦਰ ਬਹੁਤ ਸਾਰੀਆਂ ਫਾਈਲਮਸ ਜਾਂ ਡਿਵੀਜ਼ਨਸ ਛੁਪਾਈਆਂ ਹੋਈਆਂ। ਅੱਛਾ, ਹੁਣ ਇਹ ਨਾ ਯਾਦ ਨਹੀਂ ਰਹਿੰਦਾ ਹੈਗਾ, ਹੈ ਨਾ, ਭੁਲੇਖਾ ਲੱਗ ਜਾਂਦਾ ਹਰ ਇੱਕ ਬੰਦੇ ਨੂੰ। ਉਹਦੇ ਲਈ ਇੱਕ ਸੈਂਟੈਂਸ ਤੁਸੀਂ ਯਾਦ ਰੱਖਣਾ ਵੀ ਕੌਣ ਪਹਿਲਾਂ ਆਏਗਾ, ਕਿੰਗਡਮ ਆਏਗੀ, ਫਾਈਲਮ ਆਏਗੀ, ਡਿਵੀਜ਼ਨ ਆਏਗੀ ਕਿ ਕਲਾਸ ਆਏਗੀ। ਉਹਦੇ ਲਈ ਠੀਕ ਹੈ ਤੁਸੀਂ ਇੱਕ ਫਰੇਜ਼ ਯਾਦ ਰੱਖਣੀ ਹੈ, ਕੀਪ ਪੋਟਸ ਕਲੀਨ ਔਰ ਫੈਮਿਲੀ ਗੈਟ ਸਿੱਖ। ਠੀਕ ਹੈ, ਸੋ ਕੇ ਤੋਂ ਕਿੰਗਡਮ, ਪੀ ਤੋਂ ਫਾਈਲਮ, ਸੀ ਤੋਂ ਕਲਾਸ, ਓ ਤੋਂ ਆਰਡਰ, ਐਫ ਤੋਂ ਫੈਮਿਲੀ, ਇੱਥੇ ਵੀ ਫੈਮਿਲੀ, ਠੀਕ ਹੈ ਨਾ, ਐਫ ਤੋਂ ਫੈਮਿਲੀ, ਜੀ ਤੋਂ ਜੀਨਸ ਅਤੇ ਐਸ ਤੋਂ ਸਪੀਸੀਜ਼। ਇਸ ਤਰੀਕੇ ਦੇ ਨਾਲ ਤੁਸੀਂ ਕਲਾਸੀਫਿਕੇਸ਼ਨ ਦਾ ਆਰਡਰ ਯਾਦ ਕਰਨਾ। ਹੁਣ ਮੈਂ ਤੁਹਾਨੂੰ ਕਲਾਸੀਫਿਕੇਸ਼ਨ ਕਰਵਾਉਣ ਲੱਗੀ ਹਾਂ ਕੁਛ ਆਰਗੇਨਿਜ਼ਮਸ ਦੀ, ਹੈ ਨਾ। ਠੀਕ ਹੈ, ਸੋ ਸਭ ਤੋਂ ਪਹਿਲਾਂ ਹਿਊਮਨ ਬੀਇੰਗਸ ਦੀ ਕਲਾਸੀਫਿਕੇਸ਼ਨ ਕਰਵਾਉਣ ਲੱਗੀ ਹਾਂ। ਤਾਂ ਕਾਮਨ ਨੇਮ ਹਿਊਮਨ ਬੀਇੰਗਸ ਦਾ ਹਿਊਮਨ, ਸਾਇੰਟੀਫਿਕ ਨੇਮ ਹੁਣ ਹਰ ਬੱਚੇ ਨੂੰ ਪਤਾ ਲੱਗ ਚੁੱਕਾ ਹੋਇਆ, ਹੋਮੋਸੈਪੀਅਨਸ। ਸਾਡਾ ਸਾਇੰਟੀਫਿਕ ਨੇਮ ਕੀ ਹੈ, ਹੋਮੋਸੈਪੀਅਨਸ। ਓਕੇ, ਅੱਛਾ ਠੀਕ ਹੈ, ਫਿਰ ਸਾਡਾ ਇਹਦਾ ਮਤਲਬ ਕਿ ਸਾਡਾ ਜੈਨਰਾ, ਹੈ ਨਾ, ਸਾਡਾ ਸਪੀਸੀਜ਼ ਕੀ ਹੋ ਗਈ। ਫਿਰ ਜੇਕਰ ਮੈਂ ਇੱਥੋਂ ਦੀ ਇਸ ਤਰੀਕੇ ਦੇ ਨਾਲ ਸ਼ੁਰੂ ਹੋਵਾਂ, ਠੀਕ ਹੈ, ਕੈਟਾਗਰੀ ਦੇ ਹਿਸਾਬ ਦੇ ਨਾਲ, ਤਾਂ ਸਭ ਤੋਂ ਪਹਿਲਾਂ ਮੰਨ ਲਓ ਸਪੀਸੀਜ਼। ਅੱਛਾ, ਹਿਊਮਨ ਬੀਇੰਗ ਦਾ ਸਾਇੰਟੀਫਿਕ ਨੇਮ ਕੀ ਸੀਗਾ, ਹੋਮੋਸੈਪੀਅਨਸ। ਸੋ ਸਪੀਸੀਜ਼ ਕੀ ਹੋ ਗਈ, ਸੈਪੀਅਨਸ।
ਜੈਨਰਾ ਕੀ ਹੋ ਗਿਆ, ਹੋਮੋ ਹੈ ਨਾ। ਫੈਮਿਲੀ ਕੀ ਹੁੰਦੀ ਹਿਊਮਨ ਬੀਇੰਗਸ ਦੀ, ਹੋਮੀਨਿਡੀਏ ਹੈ ਨਾ। ਆਰਡਰ ਕੀ ਹੁੰਦਾ, ਪ੍ਰਾਈਮੇਟਾ। ਕਲਾਸ ਸਾਡੀ ਕਿਹੜੀ ਹੈ, ਮੈਮੀਲੀਆ ਹੈ ਨਾ। तो फिर ਹਿਊਮਨ ਬੀਇੰਗਸ ਹੈ ਤਾਂ ਐਨੀਮਲਸ 'ਚ ਹੀ ਆ ਜਾਂਦੇ ਹਾਂ ਅਸੀਂ ਵੀ ਹੈ ਨਾ। ਹਿਊਮਨ ਬੀਇੰਗ ਵੀ ਤਾਂ ਸੋਸ਼ਲ ਐਨੀਮਲਸ ਹੈ। ਸੋ ਅਸੀਂ ਕੀ ਯੂਜ਼ ਕਰਾਂਗੇ, ਫਾਈਲਮ। एनिमल देनी है ना, ठीक है। फाइलम, फाइलम कोडेटा, ओके। तो नैचुरली ये साडी किंगडम केड़ी आ गई, एनीमिलिया, ठीक है जी। सब तो वड्डी किंगडम आ गई एनीमिलिया, ओके। इस तरीके दे नाल मैं तुहानूं एक होर दसना चाहनी हाँ, ठीक है। बहुत ही इंटरस्टिंग है तुलसी है ना। सारे बच्चों ने देखी हुई है तुलसी, खाधी हुई है तुलसी है ना। कॉमन नेम तुलसी, साइंटिफिक नेम ऑसीमम सैनकटम, ओके। तो नाम तो पता लगता पिया, तुहानूं समझाया होया सारा बाइनोमियल नोमनक्लेचर दे विच, ओके। सो सैनकटम की है, स्पीसीज, ओके। जैनरा की है, ओके। मैं जीनस भी कह सकती हाँ, मैं जैनरा भी कह सकती। बच्चे सिंगुलर ते प्लूरल टर्म हैगियां ने, इन्हां दे विचों दी कुछ जिहड़ी कैटागरीज है ना, उन्हां दे लई सिंगल टर्म भी हैगी है, प्लूरल टर्म भी है ना। फिलहाल तुसीं याद रखना भी जैनरा, ठीक है ना। सो जैनरा जिहड़ा हैगा वो सिंगुलर टर्म है शायद, है ना। मैनू थोड़ा कन्फर्म नहीं है। जीनस ते जैनरा, पर कोई गल नहीं, मतलब इन्हां दे सिंगुलर ते प्लूरल टर्म्स भी है, ये जीनस ही है उदा, ओके। जैनरा ऑसीमम, स्पीसीज किहड़ी आ गई, सैनकटम। फैमिली तुलसी की फैमिली लैमीएसीए, ऑर्डर लैमीएल्स, हमेशा ऑर्डर के पिछे एल्स लगा होएगा। फैमिली के पिछे याद रखना सीए लगा होएगा हमेशा, ये गल मैं पहला भी दसी हुई है, ए ई है ना, ठीक है। फैमिली किहड़ी हुंदी तुलसी की, डाईकोटिलिडने, डाईकोटिलिडने। 9th क्लास के मोनोकोट्स ते डाईकोट्स के बारे च पढ़िया होया, ठीक है। डाईकोटिलिडने। डिवीजन किहड़ी हुंदी है, क्योंकि ये प्लांट है, देखा तुसीं, ठीक है। ह्यूमन बीइंग एनीमल सीगा ते असीं फाइलम यूज़ कीती सी कोडेटा है ना। ते डिवीजन एंजियोस्पर्मीए, पता पता हुंदा कौन हुंदे एंजियोस्पर्म्स, ये भी 9th क्लास च बहुत डिटेल दे विच है। फ्लावरिंग प्लांट्स हुंदे आ जिन्हां नूं फुੱਲ लगदे आ, ते नैचुरली फिर ये किहड़ी किंगडम च आंदे आ, प्लांट है ते किंगडम प्लांटी। सो 2 ऑर्गेनिजम्स की तुहानूं जिहड़ी है क्लासीफिकेशन करवाई है, ठीक है जी। सो अगे तुहाडे कोल एक बहुत इंपोर्टेंट मैं हूँ टर्म्स दसना चाहती हाँ। सो कैटागरी वर्सिस टैक्सोन है ना। असीं बहुत सारिया कैटागरीज कीतियां, जे तुहानूं याद है तो मैं तुहानूं पता नहीं लिखिया कि नहीं लिखिया हजे तक बच्चों ने। मैं तुहानूं एक क्वेश्चन भेज दिता होया शायद, 3rd के 4th क्वेश्चन है, वट डू यू मीन बाय टैक्सोन, तो एग्जाम्पल्स दिओ टैक्सोन दियां है ना। तो तुहानूं बहुत वधिया तरीके नाल सिंपल वे दे नाल मैं समझाउण दी कोशिश कर रही हाँ। सो कैटागरी पहलां तो मैं डेफिनेशन बोल देनी हाँ। सो कैटागरी की हैगी है एक्चुअली दे विच हुणे पढ़ा के हटी है ना, टैक्सोनोमिक कैटागरीज 7 कैटागरीज दस के हटी हाँ, ठीक है। सो इट इज़ एन एब्सट्रैक्ट टर्म हैगी है जिहड़ी कि सिंपली रिजेंबल करती है अ रैंक और लैवल, ओके। भी असीं ऑर्डर दे विच रखिया, क्लास च रखिया, फैमिली च रखिया किसी भी ऑर्गेनिज्म नूं ना, ठीक है। उहदा रैंक जां ऑर्डर लैवल दस रही है ना। भी स्पीसीज जिहड़ी हैगी है बिल्कुल थल्ले है, लो नीचे है, जीनस उस तो उपर, फैमिली उस तो उपर, ये ऑर्डर है, ये एक रैंक दिता होया असीं है ना। इनू असीं कह देने कैटागरी, अच्छा। पर टैक्सोन फिर की है, ठीक है। इट रिप्रजेंट्स द रियल बायोलॉजिकल ऑब्जेक्ट्स एंड इज़ असाइंड टू ए कैटागरी। टैक्सोन तो देख के सानू पता लगता असलीयत दे विच, ठीक है, बायोलॉजिकल ऑब्जेक्ट की है, उन्होंने तुसीं किहड़ी कैटागरी दे विच रखिया है ना। हुण तुहानूं बड़ी जल्दी समझ आ जाएगा। जिस तरह के बर्ड्स है ना, ठीक है। सो बर्ड्स जिहड़े हैगे आ, ठीक है, जेकर मैं तुहानूं उन्हां दा पुछां भी टैक्सोन, बर्ड का टैक्सोन है एव्स, तो एक्चुअली ये एव्स बर्ड की की है, किहड़ी कैटागरी है, क्लास। जेकर मैं बच्चों पूछा ना कि बर्ड्स जिहड़े हैगे आ किहड़ी क्लास च आंदे हैं, ठीक है, तो बच्चे जवाब देंगे एव्स, ओके। सो एव्स जिहड़ा हैगा उहदा टैक्सोन है, पर एव्स बर्ड की की है, क्लास, ओके। होर समझाती हैं ना, ठीक है। सो जिहड़ा बैक्टीरिया, टैक्सोन ऑफ बैक्टीरिया जिहड़ा हैगा मोनीरा, पर मोनीरा एक्चुअली दे विच बैक्टीरिया दी की है, किंगडम। ये भी तुहानूं 2nd चैप्टर दे विच तुहानूं 5 किंगडम्स पढ़ाणियां, इत्थे तो सिर्फ 2 ही है ना तुहानूं 1st चैप्टर दे विच, किंगडम एनीमिलिया ते किंगडम प्लांटी। पर WH विटकर जिहड़े सीगे ना, ठीक है, फिर उन्होंने डिस्कवर किया सीगा कि देयर आर 5 किंगडम्स है ना, मोनीरा, प्रोटिस्टा, फंजाई नूं अलग किंगडम दे विच रखिया होया, एनीमिलिया और प्लांटी। मोनीरा दे विच तुहाडे कोल बैक्टीरिया आ जांदे आ, सब तो लोअर मोस्ट ऑर्गेनिजम्स है ना। इस तरह गल समझ आ गई तुहानूं। ये एग्जाम्पल तुहानूं दित्ती हुई है, नोटबुक दे विच लिखवाई हुई है। रोज़ा इंडिका, रोज़ा इंडिका की है, मैं किसी बच्चे नूं पुछां रोज़ा इंडिका की है, तो बच्चा कहेगा साइंटिफिक नेम ऑफ रोज़, ओके। सो इत्थे फिर मैं कह सकती हाँ कि रोज़ा इंडिका की है, ये टैक्सोन है, पर की है ये रोज़ का की है, स्पीसीज़। रोज़ा इंडिका की है, स्पीसीज़ है,
ओके ठीक है। सो तुहानूं उम्मीद है कि कैटागरी ते टैक्सोन च समझ आ गया। ओके नाउ मोनोफाइलैक्टिक टैक्सा होंदे आ ठीक है, तो पोलीफाइलैक्टिक टैक्सा होंदे। नेम तो पता लगदा भी मोनो मीनस वन, पोली मीनस मोर दैन वन है ना। इन्हां नूं क्लेड भी कहंदे आ, इन्हां नूं ग्रेड भी कहंदे आ ठीक है पोलीफाइलैक्टिक नूं। ओके सो मोनोफाइलैक्टिक टैक्सोन किहड़े टैक्सोन हो गए जिन्हां दे विच कॉमन एंसैस्ट्रल स्पीसीज़ आ जांदियां, ਉਹ ਸਪੀਸੀਜ਼ ਆ ਜਾਂਦੀ ਹੈ ਜਿਨ੍ਹਾਂ ਦੇ ਐਂਸੈਸਟਰਸ ਸੇਮ ਹੈਗੇ ਆ। ਬਾਕੀ ਸਾਰੀਆਂ ਸਪੀਸੀਜ਼ ਜਿਹੜੀਆਂ ਹੈਗੀਆਂ ਉਹਨਾਂ ਤੋਂ ਪੈਦਾ ਹੋਈਆਂ। ਜਦ ਕਿ ਪੋਲੀਫਾਈਲੈਕਟਿਕ ਕਿਹੜੇ ਟੈਕਸੋਨ ਹੁੰਦੇ ਆ, ਇਹਨਾਂ 'ਚ ਉਹ ਔਰਗੈਨਿਜ਼ਮਸ ਆ ਜਾਂਦੇ ਆ ਜਿਹੜੇ ਕਿ ਇੱਕ ਨਾਲੋਂ ਜ਼ਿਆਦਾ ਸੋਰਸਿਸ ਤੋਂ ਪੈਦਾ ਹੋਏ ਆ ਹੈ ਨਾ। ਮਤਲਬ ਇਹਨਾਂ ਦੇ ਕੋਈ ਵੀ ਕਾਮਨ ਐਂਸੈਸਟਰ ਨਹੀਂ ਹੈ, ਇਹਦੇ 'ਚ ਇੱਕ ਨਾਲੋਂ ਜ਼ਿਆਦਾ ਠੀਕ ਹੈ ਸੋਰਸਿਸ ਤੋਂ ਆਏ ਹੋਏ ਔਰਗੈਨਿਜ਼ਮਸ ਆ ਜਾਂਦੇ ਆ ਨਾ। ਕੋਈ ਇੱਕ ਕਾਮਨ ਐਂਸੈਸਟਰ ਨਹੀਂ ਹੈ, ਬਹੁਤ ਸਾਰੇ ਔਰਗੈਨਿਜ਼ਮ ਆ ਜਾਂਦੇ ਆ ਅਲੱਗ-ਅਲੱਗ ਐਂਸੈਸਟਰਸ ਤੋਂ ਆਏ ਹੋਏ। ਓਕੇ ਸੋ ਮੋਨੋਫਾਈਲੈਕਟਿਕ ਪੋਲੀਫਾਈਲੈਕਟਿਕ ਠੀਕ ਹੈ। ਹੁਣ ਅਸੀਂ ਡਿਟੇਲ ਦੇ ਵਿੱਚ ਪੜ੍ਹਨ ਜਾ ਰਹੇ ਹਾਂ ਠੀਕ ਹੈ ਜੀ। 7 ਕੈਟਾਗਰੀਜ਼ ਜਿਹੜੀਆਂ ਹਨ ਮੈਂ ਤੁਹਾਨੂੰ ਦੱਸੀਆਂ, ਓਬਲੀਗੇਟ ਕੈਟਾਗਰੀਜ਼ ਜਿਹੜੀਆਂ ਹੈਗੀਆਂ ਤੁਹਾਨੂੰ ਪੜ੍ਹਾਉਣ ਜਾ ਰਹੀਆਂ ਡਿਟੇਲ ਦੇ ਵਿੱਚ ਠੀਕ ਹੈ। ਸੋ ਸਪੀਸੀਜ਼ ਇੱਥੋਂ ਹੀ ਸ਼ੁਰੂ ਹੋਏ ਸੀ, ਅਸੀਂ ਸਭ ਤੋਂ ਪਹਿਲਾਂ ਥੱਲੋਂ ਸ਼ੁਰੂ ਹੋ ਜਾਈਏ। ਸਪੀਸੀਜ਼ ਇਟ ਇਜ਼ ਅ ਨੈਚੁਰਲ ਪਾਪੂਲੇਸ਼ਨ ਆਫ ਇੰਡੀਵਿਜੂਅਲਸ or group of populations which resemble one another in all the essential morphological and reproductive characters so that they interbreed freely and produce fertile offsprings। ਸੋ ਇਹ ਨੈਚੁਰਲ ਪਾਪੂਲੇਸ਼ਨ ਹੈਗੀ ਇੰਡੀਵਿਜੂਅਲਸ ਦੀ, ਇਹ ਉਹ ਗਰੁੱਪ ਆਫ ਹੈਗਾ ਪਾਪੂਲੇਸ਼ਨਸ ਦਾ ਠੀਕ ਹੈ ਜਿਹੜੇ ਕਿ ਇੱਕ ਦੂਸਰੇ ਦੇ ਨਾਲ ਰਿਜ਼ੈਂਬਲ ਤਾਂ ਕਰਦੇ ਆ ਠੀਕ ਹੈ ਨਾ। ਸੋ ਬਾਹਰੋਂ ਦੇਖਣ ਦੇ ਵਿੱਚ ਵੀ ਥੋੜ੍ਹੇ ਬਹੁਤੇ ਰਿਜ਼ੈਂਬਲ ਕਰਦੇ ਆ, ਰੀਪਰੋਡਕਟਿਵ ਕਰੈਕਟਰਸ ਵੀ ਉਹਨਾਂ ਦੇ ਰਿਜ਼ੈਂਬਲ ਕਰਦੇ ਆ, ਅਤੇ ਉਹ ਇੱਕ ਦੂਸਰੇ ਦੇ ਨਾਲ ਮਿਲ ਕੇ ਇੰਟਰਬਰੀਡ ਕਰਨ ਦਾ ਕੀ ਮਤਲਬ ਹੈਗਾ, ਮਿਲਦੀਆਂ ਜੁਲਦੀਆਂ ਸਪੀਸੀਜ਼ ਜਿਹੜੀਆਂ ਹੈਗੀਆਂ ਇੱਕ ਦੂਸਰੇ ਦੇ ਨਾਲ ਮਿਲ ਕੇ ਬੱਚੇ ਪੈਦਾ ਕਰਵਾ ਸਕਦੀਆਂ ਹੈਗੀਆਂ ਹੈ ਨਾ। ਮੈਂ ਇੱਥੇ ਤੁਹਾਨੂੰ ਹੋਰ ਵੀ ਸਮਝਾਉਂਗੀ, ਪਹਿਲਾਂ ਦੇਖੋ ਧਿਆਨ ਨਾਲ ਸਮਝੋ। ਜਿੱਦਾਂ ਕਿ ਮੈਂਗੋ ਸਪੀਸੀਜ਼ ਹੈਗੀ ਹੈ ਠੀਕ ਹੈ ਮੈਂਗੋ ਇਜ਼ ਸਪੀਸੀਜ਼ ਹੈ ਨਾ ਠੀਕ ਹੈ। ਸੋ ਇੰਡੀਕਾ ਮੈਂਗੋ ਜਿਹੜੀ ਹੈਗੀ ਆ ਠੀਕ ਹੈ ਉਹਦੀ ਸਪੀਸੀਜ਼ ਕੀ ਹੈਗੀ ਆ ਇੰਡੀਕਾ, ਅਤੇ ਉਹ ਕਿਹੜੇ ਜੀਨਸ ਦੇ ਅੰਦਰ ਆ ਜਾਂਦੀ ਹੈ ਮੈਂਜੀਫੇਰਾ ਦੇ ਅੰਦਰ। ਲੋਆਇਨ ਜਿਹੜੀ ਹੈਗੀ ਆ ਠੀਕ ਹੈ ਸਪੀਸੀਜ਼ ਹੈਗੀ ਆ ਉਹਦੀ, ਲੋਆਇਨ ਦੀ ਸਪੀਸੀਜ਼ ਕਿਹੜੀ ਹੈ ਲੀਓ, ਉਹ ਕਿਹੜੇ ਜੀਨਸ ਦੇ ਅੰਦਰ ਆ ਜਾਂਦੀ ਹੈ ਪੈਂਥੇਰਾ। ਇਸੇ ਤਰੀਕੇ ਦੇ ਨਾਲ ਟਾਈਗਰ ਦੀ ਸਪੀਸੀਜ਼ ਹੈਗੀ ਹੈ ਟਾਈਗਰਿਸ, ਉਹ ਵੀ ਕਿਹਦੇ ਅੰਡਰ ਆ ਜਾਂਦੀ ਹੈ ਪੈਂਥੇਰਾ, ਕਿਉਂਕਿ ਲੋਆਇਨ ਅਤੇ ਟਾਈਗਰ ਦੋਨੋਂ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਆ। ਦੋਨੋਂ ਹੈ ਅਲੱਗ-ਅਲੱਗ ਹੈ, ਉਹਨਾਂ ਦੇ ਵਿੱਚ ਹੋਰ ਫੀਚਰਸ ਕਈ ਅਲੱਗ-ਅਲੱਗ ਹੈ, ਪਰ ਫਿਰ ਵੀ ਅਸੀਂ ਇਹਨਾਂ ਨੂੰ ਸੇਮ ਜੀਨਸ ਦੇ ਵਿੱਚ ਰੱਖ ਦਿੱਤਾ। ਕਿਹੜੇ ਜੀਨਸ 'ਚ ਪੈਂਥੀਰਾ 'ਚ। ਓਕੇ ਠੀਕ ਹੈ, ਕਿਉਂਕਿ ਲੋਆਇਨ ਦੀ ਸਪੀਸੀਜ਼ ਜਿਹੜੀ ਸੀਗੀ ਲੀਓ ਅਤੇ ਟਾਈਗਰ ਦੀ ਟਾਈਗਰਸ, ਦੋਨਾਂ ਦੀ ਸਪੀਸੀਜ਼ ਅਲੱਗ-ਅਲੱਗ ਹੈ। ਸਮਝਦੇ ਪਏ ਦੇਖੋ, ਜਿੱਦਾਂ ਕਿ ਚਾਵਲ ਹੈ, ਤੁਹਾਨੂੰ ਪਤਾ ਹੀ ਹੈ ਡੇਲੀ ਲਾਈਫ 'ਚ ਖਾ ਰਹੇ ਹੋ ਤੁਸੀਂ ਚਾਵਲ ਹੈ ਤਾਂ ਚਾਵਲ ਹੀ ਆ ਨਾ ਠੀਕ ਹੈ, ਬਟ ਉਹਦੀਆਂ ਬਹੁਤ ਸਾਰੀਆਂ ਡਿਫਰੈਂਟ ਕੀ ਹੈਗੀਆਂ ਨੇ ਵਰਾਇਟੀਜ਼ ਹੈ। ਨਹੀਂ ਕਿਤੇ ਬਾਸਮਤੀ ਹੈ, ਕਿਤੇ ਪਰਮਲ ਹੈ, ਬਾਸਮਤੀ ਵੀ ਕਈ ਤਰ੍ਹਾਂ ਦੀ ਹੈ, ਵਧੀਆ ਬਾਸਮਤੀ ਵੀ ਹੈਗੀ ਆ, ਥੋੜ੍ਹੀ ਹਲਕੀ ਕੁਆਲਿਟੀ ਦੀ ਬਾਸਮਤੀ ਵੀ ਹੈ। ਬਾਸਮਤੀ ਦੇ ਚਾਵਲ ਬਣਦੇ ਆ ਤਾਂ ਦੂਰੋਂ ਹੀ ਖੁਸ਼ਬੂ ਤੋਂ ਪਤਾ ਲੱਗ ਜਾਂਦਾ, ਉਹਦਾ ਗ੍ਰੇਨ ਦਾ ਸਾਈਜ਼ ਜਿਹੜਾ ਹੈਗਾ ਉਹ ਲੰਬੇ ਸਾਈਜ਼ ਬਣਦਾ ਉਹਦਾ ਹੈ ਨਾ ਠੀਕ ਹੈ ਚਾਵਲਾਂ ਦਾ। ਸਮਝ ਗਏ। ਸੋ ਇਸ ਤਰੀਕੇ ਦੇ ਨਾਲ ਅਕੋਰਡਿੰਗ ਟੂ ਮੇਅਰ ਉਹਨਾਂ ਨੇ ਵੀ ਇੱਕ ਡੈਫੀਨੇਸ਼ਨ ਦਿੱਤੀ ਸੀ ਸਪੀਸੀਜ਼ ਦੀ। ਮੇਅਰ ਕੀ ਕਹਿੰਦੇ ਹੈ 1964 ਦੇ ਵਿੱਚ ਮੇਅਰ ਕੀ ਕਹਿੰਦੇ, ਸਪੀਸੀਜ਼ ਇਜ਼ ਏ group of actually or potentially interbreeding populations that are reproductively isolated from other such groups ਠੀਕ ਹੈ। ਸੋ ਮੇਅਰ ਨੇ ਵੀ ਇਹੀ ਗੱਲ ਕਹੀ ਹੈ ਠੀਕ ਹੈ। ਸੋ ਅਸਲੀਅਤ ਦੇ ਵਿੱਚ, ਅਤੇ ਜਾਂ ਫਿਰ ਤੁਸੀਂ ਮੰਨ ਕੇ ਚੱਲ ਲਓ ਠੀਕ ਹੈ। ਸੋ ਸਪੀਸੀਜ਼ ਠੀਕ ਹੈ ਉਹਨਾਂ ਪਾਪੂਲੇਸ਼ਨਸ ਦਾ ਗਰੁੱਪ ਹੈ ਜਿਹੜੇ ਕਿ ਇੱਕ ਦੂਸਰੇ ਦੇ ਨਾਲ ਇੰਟਰਬਰੀਡ ਕਰਦੇ ਆ ਹੈ ਨਾ, ਪਰ ਬਾਕੀ ਕਿਸੇ ਹੋਰ ਗਰੁੱਪ ਨਾਲੋਂ ਠੀਕ ਹੈ ਸੋ ਰੀਪਰੋਡਕਟਿਵਲੀ ਆਈਸੋਲੇਟ ਹੋਣਗੇ ਹੈ ਨਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦੇਣ ਲੱਗੀ ਹਾਂ। ਦੇਖੋ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਕਿ ਕਿਸ ਤਰੀਕੇ ਦੇ ਨਾਲ ਹੁਣ ਹੋਰਸ ਅਤੇ ਡੋਂਕੀ ਹੈ ਨਾ ਤੁਹਾਨੂੰ ਲੱਗਦੇ, ਗਧਾ ਐਸ਼ ਹੈ ਨਾ ਠੀਕ ਹੈ। ਸੋ ਜਿਹੜੇ ਆ ਤੁਹਾਨੂੰ ਮਿਲਦੇ ਜੁਲਦੇ ਤੁਹਾਨੂੰ ਲੱਗਣਗੇ। ਹੁਣ ਕੀ ਹੈ ਕਿ ਜੇਕਰ ਹੋਰਸ ਦੀ ਫੀਮੇਲ ਲੈ ਲਈਏ ਅਤੇ ਡੋਂਕੀ ਦਾ ਮੇਲ ਲੈ ਲਈਏ, ਉਹਨਾਂ ਵਜੋਂ ਜਿਹੜਾ ਮਿਊਲ ਪੈਦਾ ਹੁੰਦਾ ਨਾ ਖੱਚਰ ਹੈ ਨਾ, ਉਹ ਪੈਦਾ ਤਾਂ ਹੋ ਜਾਂਦਾ ਪਰ ਉਹ ਸਟਰਾਈਲ ਹੁੰਦਾ, ਉਹ ਅੱਗੋਂ ਬੱਚੇ ਪੈਦਾ ਨਹੀਂ ਕਰਾ ਸਕਦਾ। ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਲੈ ਲਈਏ ਮੇਲ ਹੋਰਸ, ਪਹਿਲਾਂ ਅਸੀਂ ਲਿਆ ਸੀ ਫੀਮੇਲ ਹੋਰਸ ਲਈ ਸੀ ਮੇਅਰ ਠੀਕ ਹੈ, ਹੁਣ ਅਸੀਂ ਲੈ ਲਈਏ ਮੇਲ ਹੋਰਸ ਅਤੇ ਡੋਂਕੀ ਦੀ ਕੀ ਲੈ ਲਈਏ ਫੀਮੇਲ, ਇਹਦੇ ਵਜੋਂ ਜਿਹੜਾ ਬੱਚਾ ਪੈਦਾ ਹੁੰਦਾ ਨਾ ਉਹਨੂੰ ਕਹਿੰਦੇ ਹਾਈਨੀ। ਇਹ ਪੈਦਾ ਤਾਂ ਹੋ ਜਾਏਗਾ ਇਹ ਵੀ ਠੀਕ ਹੈ ਨਾ, ਨਹੀਂ ਤਾਂ ਦੇਖੋ ਘੋੜਾ ਅਤੇ ਘੋੜੀ ਉਹ ਬੱਚਾ ਪੈਦਾ ਕਰਨਗੇ ਨਾ, ਸਮਝਦੇ ਹੋ, ਮੇਲ ਫੀਮੇਲ ਡੋਂਕੀ ਪੈਦਾ ਕਰਨਗੇ, ਅਸੀਂ ਉਲਟ ਕਰਵਾ ਰਹੇ ਹਾਂ ਇਹ ਵੀ, ਪਰ ਸਟਰਾਈਲ ਹੋਏਗਾ। ਪਰ ਟਾਈਗੋਨ ਬੱਚਾ ਪੈਦਾ ਹੋਇਆ ਕਿਤੇ ਤੋਂ, ਮੇਲ ਟਾਈਗਰ ਲੈ ਲਓ
ਤੇ ਫੀਮੇਲ ਲੁਆਇਨ ਲੈ ਲਓ, ਓਕੇ, ਪਰ ਇਹ ਫਰਟਾਈਲ ਹੋਏਗਾ। ਕਿਉਂ? ਕਿਉਂਕਿ ਲੁਆਇਨ ਤੇ ਟਾਈਗਰ ਇੱਕ ਦੂਸਰੇ ਨਾਲ ਬਹੁਤ ਜ਼ਿਆਦਾ ਮਿਲਦੇ ਆ। ਦੇ ਕੇਮ ਅੰਡਰ ਦਾ ਸੇਮ ਜੀਨਸ, ਯਾਦ ਹੈ ਨਾ, ਪੈਂਥੀਰਾ, ਪਰ ਇਹ ਦੋਨੋਂ ਅਲੱਗ-ਅਲੱਗ ਸਪੀਸੀਜ਼ ਇਹਨਾਂ ਦੀਆਂ, ਪਰ ਫਿਰ ਵੀ ਇਹ ਫਰਟਾਈਲ ਬੱਚੇ ਪੈਦਾ ਕਰਵਾ ਸਕਦੇ ਹੈ। ਠੀਕ ਹੈ, ਸੋ ਇੰਟਰ ਬਰੀਡਿੰਗ ਪਾਪੂਲੇਸ਼ਨਸ ਹੈਗੀਆਂ ਨੇ। ਓਕੇ ਜੀ, ਅੱਗੇ ਚਲੀਏ। ਜੀਨਸ ਨੈਚੁਰਲੀ, ਠੀਕ ਹੈ, ਸਪੀਸੀਜ਼ ਤੋਂ ਉੱਪਰ ਆਉਂਦਾ ਜੀਨਸ। ਸੋ ਜੀਨਸ ਦੇ ਅੰਦਰ ਬਹੁਤ ਸਾਰੀਆਂ ਰਿਲੇਟਡ ਸਪੀਸੀਜ਼ ਆ ਜਾਣਗੀਆਂ, ਹੈ ਨਾ, ਜਿਨ੍ਹਾਂ ਦੇ ਕੁਛ ਨਾ ਕੁਛ ਕੋਰਿਲੇਟਡ ਕਰੈਕਟਰਿਸਟਿਕਸ ਹੋਣਗੇ। ਕੋਰਿਲੇਟਡ ਕਰੈਕਟਰਿਸਟਿਕਸ ਦਾ ਮਤਲਬ ਉਹ ਕਾਮਨ ਫੀਚਰਸ, ਠੀਕ ਹੈ, ਜਿਹੜੇ ਕਿ ਕਿਸੇ ਸਪੀਸੀਜ਼ ਦੇ ਹੁੰਦੇ ਆ, ਤਾਂ ਜੋ ਸਪੀਸੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਬੇਸਿਸ ਦੇ ਉੱਤੇ ਉਹਨਾਂ ਨੂੰ ਸੇਮ ਜੀਨਸ 'ਚ ਰੱਖਿਆ ਜਾ ਸਕੇ। ਜਿੱਦਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਜੀਨਸ ਹੈਗਾ ਇਕਵਸ, ਠੀਕ ਹੈ, ਇਕਵਸ ਜੀਨਸ ਜਿਹੜਾ ਹੈਗਾ ਉਹ 3 ਜਣਿਆਂ ਦਾ ਸੇਮ ਜੀਨਸ ਹੈ। ਕਿਹਦਾ? ਹੋਰਸ, ਐਸ ਤੇ ਜੈਬਰਾ, ਹੈ ਨਾ, ਠੀਕ ਹੈ। ਘੋੜਾ, ਗਧਾ ਜਿਹੜੇ ਹੈਗੇ ਆ, ਜੈਬਰਾ, ਦੇਖਿਆ ਨਾ, ਇਹ ਦੇਖਣ 'ਚ ਇੱਕ ਪਤਾ ਲੱਗ ਜਾਂਦਾ ਵੀ ਇਹ ਇੱਕ ਤਰ੍ਹਾਂ ਦੇ ਜਾਨਵਰ ਹੈਗੇ ਆ। ਉਹਨਾਂ ਦੀ ਹਾਈਟ, ਉਹਨਾਂ ਦੀ ਬੋਡੀ ਦਾ ਜਿਹੜੀ ਸ਼ੇਪ ਹੈਗੀ ਆ, ਹੈ ਨਾ। ਸੋ ਇਹ ਸਾਰੇ ਜਾਣੇ, ਤਿੰਨੋਂ ਜਾਣੇ, ਠੀਕ ਹੈ, ਸੇਮ ਜੀਨਸ ਦੇ ਅੰਡਰ ਆਉਂਦੇ ਆ, ਇਕੋਸ ਦੇ ਅੰਦਰ, ਪਰ ਸਪੀਸੀਜ਼ ਅਲੱਗ-ਅਲੱਗ ਹੈ। ਘੋੜੇ ਦੀ ਹੈਗੀ ਹੈ ਕੈਬਲਸ, ਠੀਕ ਹੈ ਜੀ, ਐਸ ਦੀ ਹੈਗੀ ਹੈ ਵਲਗਰਿਸ, ਤੇ ਜੈਬਰਾ ਦੀ ਜੈਬਰਾ ਜੀਨਸ ਸੇਮ। ਈ ਦਾ ਮਤਲਬ ਸਮਝਦੇ ਹੋ ਨਾ, ਮੈਂ ਸਾਇੰਟੀਫਿਕ ਨੇਮ 'ਚ ਸਮਝਾਇਆ ਹੋਇਆ, ਹੁਣ ਨਹੀਂ ਮੈਂ ਦੱਸਣਾ ਕਿ ਇੱਥੇ ਈ ਦਾ ਮਤਲਬ ਕੀ, ਇਕੱਲੀ ਈ ਦਾ। ਓਕੇ, ਜੀਨਸ ਤੋਂ ਉੱਪਰ ਕਿਹੜੀ ਕੈਟਾਗਰੀ ਆਉਂਦੀ ਸੀ? ਫੈਮਿਲੀ। ਇਹਦਾ ਮਤਲਬ ਕਿ ਇੱਕ ਫੈਮਿਲੀ ਕੀ ਹੈ? ਬਹੁਤ ਸਾਰੇ ਜੈਨਰਾ ਦਾ ਗਰੁੱਪ ਹੈ, ਰਿਲੇਟਡ ਜੈਨਰਾ ਦਾ। ਹਾਂ, ਹੁਣ ਤੁਹਾਨੂੰ ਕਲੀਅਰ ਹੋ ਗਿਆ। ਜੈਨਰਾ ਪਲੂਰਲ ਹੈ, ਜੀਨਸ ਸਿੰਗੂਲਰ ਹੈ। ਸਮਝਦੇ ਪਏ ਗੱਲ ਨੂੰ? ਜੇਕਰ ਅਸੀਂ ਇਕੱਲੇ ਇੱਕ ਦੀ ਗੱਲ ਕਰਾਂਗੇ ਤਾਂ ਫਿਰ ਅਸੀਂ ਜੀਨਸ ਲਿਖਾਂਗੇ। ਜ਼ਿਆਦਾ ਜੀਨਸ ਦੀ ਗੱਲ ਕਰਦੇ ਪਏ ਹਾਂ ਤਾਂ ਫਿਰ ਉਹਦੇ ਲਈ ਜੈਨਰਾ ਲਿਖ ਸਕਦੇ ਹਾਂ ਆਪਾਂ, ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈਗੀ, ਠੀਕ ਹੈ ਨਾ। ਸੋ ਥੋੜ੍ਹਾ ਯਾਦ ਰੱਖ ਲੈਣਾ, ਨਹੀਂ ਵੀ ਰੱਖਣਾ ਕੋਈ ਗੱਲ ਨਹੀਂ, ਤੁਸੀਂ ਜੀਨਸ ਹੀ ਯਾਦ ਰੱਖ ਲਓ। ਸੋ ਇੱਕ ਫੈਮਿਲੀ, ਉਹਦੇ 'ਚ ਬਹੁਤ ਸਾਰੇ ਰਿਲੇਟਡ ਜੀਨਸ ਆ ਗਏ, ਠੀਕ ਹੈ ਨਾ। ਮੈਂ ਤੁਹਾਨੂੰ ਦੱਸਦੀ ਹਾਂ, ਜਿੱਦਾਂ ਕਿ ਫੈਲਿਸ, ਜੀਨਸ ਫੈਲਿਸ ਹੈਗਾ ਕੈਟ ਦਾ, ਜੀਨਸ ਪੈਂਥੀਰਾ ਹੈਗਾ, ਠੀਕ ਹੈ, ਲੁਆਇਨ ਦਾ, ਟਾਈਗਰ ਦਾ, ਅਤੇ ਲੀਓਪਰਡ ਦਾ। ਪਰ ਇਹ ਦੇਖੋ, ਠੀਕ ਹੈ, ਇਹ ਸਾਰੇ ਜਾਣੇ, ਠੀਕ ਹੈ, ਸੋ ਇਹ ਕਿਹੜੀ ਫੈਮਿਲੀ ਦੇ ਅੰਡਰ ਆ ਜਾਂਦੇ? ਫੈਲੀਡੀਏ ਫੈਮਿਲੀ ਦੇ ਅੰਡਰ ਆ ਜਾਂਦੇ ਹੈ। ਦੇਖੋ, ਇਹ ਸ਼ੇਰ ਹੈ ਨਾ, ਟਾਈਗਰ, ਅਤੇ ਬਿੱਲੀ, ਕਹਿੰਦੇ ਆ ਨਾ, ਬਿੱਲੀ ਜਿਹੜੀ ਹੁੰਦੀ ਕਹਿੰਦੇ ਸ਼ੇਰ ਦੀ ਮਾਸੀ ਹੁੰਦੀ ਹੈ ਨਾ। ਬਿੱਲੀ ਦੇ ਉੱਤੇ ਵੀ ਭਾਵੇਂ ਸਾਈਜ਼ 'ਚ ਬਹੁਤ ਛੋਟੀ ਹੁੰਦੀ ਹੈ, ਸ਼ੇਰ ਜਿੰਨੀ ਖਤਰਨਾਕ ਤਾਂ ਨਹੀਂ ਹੁੰਦੀ ਹੈ, ਪਰ ਉਹਦੀ ਬੋਡੀ ਦੇ ਉੱਤੇ ਵੀ ਤੁਸੀਂ ਦੇਖਦੇ ਹੋ ਮਾਰਕਸ ਲੱਗੇ ਹੁੰਦੇ ਆ ਬਲੈਕ ਕਲਰ ਦੇ। ਸੋ ਸਿੱਧੀ ਜਿਹੀ ਗੱਲ ਹੈ ਕਿ ਉਹਦੀ ਮਾਸੀ ਕਿਹਾ ਗਿਆ ਉਹਨੂੰ, ਹੈ ਨਾ। ਅਤੇ ਇਹਨਾਂ ਦੇ ਜੀਨਸ ਅਲੱਗ-ਅਲੱਗ ਹੈ, ਪਰ ਇਹ ਸਾਰੇ ਸੇਮ ਫੈਮਿਲੀ 'ਚ ਆ ਗਏ। ਫੈਲੀਡੀਏ ਕਿਸ ਬੇਸਿਸ ਦੇ ਉੱਤੇ? ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੁਛ ਕੋਰਿਲੇਟਡ ਕਰੈਕਟਰਿਸਟਿਕਸ ਦੇ ਬੇਸਿਸ ਦੇ ਉੱਤੇ। ਤਾਂ ਕਹਿੰਦੇ ਕਿ ਇਹਨਾਂ ਦੇ ਨਾ ਕਲੌਜ਼ ਜਿਹੜੇ ਹੈਗੇ ਆ ਨਾ, ਰੀਟਰੈਕਟਾਈਲ ਕਲੌਜ਼ ਹੈਗੇ ਆ, ਹੈ ਨਾ, ਠੀਕ ਹੈ। ਸੋ ਬਿੱਲੀ, ਸ਼ੇਰ ਜਿਹੜੇ ਆਪਣੇ ਪੰਜਿਆਂ ਨੂੰ ਇੱਦਾਂ ਖੋਲ ਵੀ ਲੈਂਦੇ ਆ, ਫੋਲਡ ਵੀ ਕਰ ਲੈਂਦੇ ਆ। ਬਿੱਲੀ ਜਿਹੜੀ ਹੈਗੀ ਆਪਣੇ ਪੰਜਿਆਂ ਨੂੰ ਫੋਲਡ ਕਰਕੇ ਉਹਦੇ ਉੱਤੇ ਰੈਸਟ ਕਰ ਲੈਂਦੀ ਹੈ ਨਾ। ਆਰਡਰ, ਇਹ ਆਰਡਰ ਇਜ਼ ਏ ਗਰੁੱਪ ਆਫ ਰਿਲੇਟਡ ਫੈਮਿਲੀਜ਼, ਹੈ ਨਾ, ਠੀਕ ਹੈ। ਸੋ ਜਿਸ ਤਰ੍ਹਾਂ ਕਿ ਫੈਮਿਲੀ ਫੈਲੀਡੀਏ ਕੈਟ ਦੀ, ਕੈਨੀਡੀਏ ਡੌਗ ਦੀ, ਹੈ ਨਾ, ਇਹਨਾਂ ਨੂੰ ਕਾਰਨੀਵੋਰਾ ਆਰਡਰ ਦੇ ਵਿੱਚ ਰੱਖਿਆ ਜਾ ਸਕਦਾ। ਕਿਉਂ? ਕਿਉਂਕਿ ਕੈਟ ਅਤੇ ਜਿਹੜੀ ਡੌਗ ਹੁੰਦੇ ਆ, ਇਹ ਮਿਲਦੇ ਜੁਲਦੇ ਜਾਨਵਰ ਹੈ। ਕਿਸ ਤਰੀਕੇ ਦੇ ਨਾਲ? ਕਿਸ ਬੇਸਿਸ ਦੇ ਉੱਤੇ? ਇਹਨਾਂ ਦੇ ਕੈਨਾਈਨ ਟੀਥ, ਤੁਹਾਨੂੰ ਟੀਥ ਪਤਾ ਹੈ ਕਿ ਨਹੀਂ? ਛੋਟੀਆਂ ਕਲਾਸਾਂ ਦੇ ਵਿੱਚ ਵੀ ਡਾਈਜੈਸਟਿਵ ਸਿਸਟਮ ਪੜ੍ਹਿਆ ਹੋਣਾ, ਇੰਨਾ ਕਿਤੇ ਹਰ ਬੱਚੇ ਨੂੰ ਪਤਾ ਹੁੰਦਾ। ਕੈਨਾਈਨਸ, ਹੈ ਨਾ, ਇਨਸੀਜ਼ਰਸ, ਮੋਲਰਸ, ਪ੍ਰੀ ਮੋਲਰਸ, ਹੈ ਨਾ। ਸੋ ਇਹਨਾਂ ਦੇ ਜਿਹੜੇ ਕੈਨਾਈਨ, ਜਿਹੜੇ ਤੁਹਾਡੇ ਵੀ ਤਿੱਖੇ ਦੰਦ ਹੈ, 2 ਸੈਂਟਰ ਵਾਲੇ ਇਨਸੀਜ਼ਰਸ ਹੁੰਦੇ ਆ, ਉਹਨਾਂ ਦੀ ਸਾਈਡਾਂ ਦੇ ਉੱਤੇ ਜਿਹੜੇ ਤਿੱਖੇ ਵਾਲੇ ਦੰਦ ਹੁੰਦੇ ਨਾ, ਇੱਕ ਇੱਕ ਦੇਖਿਓ ਸ਼ੀਸ਼ੇ 'ਚ ਅੱਜ, ਉਹਨਾਂ ਨੂੰ ਕੈਨਾਈਨ ਕਹਿੰਦੇ ਆ। ਕਿਉਂਕਿ ਕੁੱਤਾ ਅਤੇ ਬਿੱਲੀ ਵੀ ਜਿਹੜਾ ਹੈ ਮਾਂਸ ਖਾਂਦੇ ਆ ਦੂਸਰੇ ਜਾਨਵਰਾਂ ਦਾ। ਇਸ ਬੇਸਿਸ ਦੇ ਉੱਤੇ ਇਹਨਾਂ ਨੂੰ ਸੇਮ ਆਰਡਰ ਦੇ ਵਿੱਚ ਰੱਖ ਦਿੱਤਾ, ਕਾਰਨੀਵੋਰਾ। ਓਕੇ, ਅੱਗੇ ਤੁਹਾਡੇ ਕੋਲ ਆ ਗਈ ਕਲਾਸ। ਕਲਾਸ ਕੀ ਹੋਏਗੀ? ਨੈਚੁਰਲੀ ਬਹੁਤ ਸਾਰੇ ਰਿਲੇਟਡ ਆਰਡਰਸ ਦਾ ਇੱਕ ਗਰੁੱਪ ਦੱਸਦੀਆਂ। ਕਿਹੜੇ ਕਿਹੜੇ ਆਰਡਰ? ਰੈਟ ਦਾ ਆਰਡਰ ਹੈਗਾ ਰੋਡੈਂਸ਼ੀਆ, ਠੀਕ ਹੈ। ਲੈਗੋਮੋਰਫਾ ਹੈਗਾ ਰੈਬਿਟਸ ਦਾ। ਓਕੇ, ਕਾਰਨੀਵੋਰਾ ਕੈਟਸ ਐਂਡ ਡੌਗਸ ਦਾ। 3-4 ਤਰ੍ਹਾਂ ਦੇ ਤੁਹਾਨੂੰ ਐਨੀਮਲਸ ਦੱਸ ਦਿੱਤੇ ਹੈ, 3 ਤਰ੍ਹਾਂ ਦੇ ਤੁਹਾਨੂੰ ਆਰਡਰ ਦੱਸ ਦਿੱਤੇ। ਇਹ ਸਾਰੇ ਜਾਣੇ ਕਿਹੜੀ ਕਲਾਸ 'ਚ ਆਉਂਦੇ ਹੈ? ਮੈਮੀਲੀਆ, ਜੋ ਸਾਡੀ ਕਲਾਸ ਹੈ। ਹਿਊਮਨ ਬੀਇੰਗਸ ਦੀ ਵੀ ਕਲਾਸ ਕਿਹੜੀ ਹੈ? ਮੈਮੀਲੀਆ। ਅਸੀਂ ਵੀ ਇਹਦੇ 'ਚ ਆਉਂਦੇ ਹਾਂ, ਠੀਕ ਹੈ। ਕਿਉਂ? ਕਿਉਂਕਿ ਇਹਦੇ ਜਿੰਨੇ ਵੀ ਜਾਨਵਰ ਮੈਂ ਬੋਲੇ ਹੈ, ਇਹ ਸਾਰੇ ਆਰਡਰ ਇੱਕ ਕਲਾਸ 'ਚ ਕਿਉਂ ਆਉਂਦੇ ਆ? ਕਿਉਂਕਿ ਇਹਨਾਂ ਸਾਰਿਆਂ ਦੇ ਕੋਲ ਹੇਅਰ ਹੁੰਦੇ ਆ ਬੋਡੀ ਦੇ ਉੱਪਰ, ਅਤੇ ਮਿਲਕ ਗਲੈਂਡ ਹੁੰਦੇ ਆ, ਮਿਲਕ ਪ੍ਰੋਡਿਊਸ ਕਰਦੇ ਆ, ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੇ ਆ। ਓਕੇ ਜੀ। ਫਾਈਲਾ ਔਰ ਡਿਵੀਜ਼ਨ ਪਤਾ ਹੀ ਲੱਗ ਰਿਹਾ, ਨਾਮ ਤੋਂ ਪਤਾ ਲੱਗ ਰਿਹਾ। ਫਾਈਲਮ ਇਹ ਗਰੁੱਪ ਆਫ ਰਿਲੇਟਡ ਐਨੀਮਲਸ, ਅਤੇ ਜੇਕਰ ਮੈਂ ਡਿਵੀਜ਼ਨ ਦੀ ਗੱਲ ਕਰਾਂ, ਗਰੁੱਪ ਆਫ ਰਿਲੇਟਡ ਪਲਾਂਟਸ, ਠੀਕ ਹੈ ਜੀ। ਫਾਈਲਮ ਦੇ ਵਿੱਚ
ਬਹੁਤ ਸਾਰੇ ਐਨੀਮਲਸ ਆ ਜਾਣਗੇ ਹੈ ਨਾ, ਜਿਵੇਂ ਕਿ ਕੋਡ ਡੇਟਾ ਫਾਈਲਮ ਜਿਹੜੀ ਹੈਗੀ ਹੈ ਨਾ, ਠੀਕ ਹੈ, ਇਹਦੇ 'ਚ ਸਿਰਫ ਮੈਮੀਲੀਆ ਕਲਾਸ ਨਹੀਂ ਆ ਜਾਂਦੀ, ਇਹਦੇ 'ਚ ਹੋਰ ਬਹੁਤ ਸਾਰੀਆਂ ਕਲਾਸਿਸ ਆ ਜਾਂਦੀਆਂ, ਜਿਵੇਂ ਕਿ ਏਵਜ਼, ਰੈਪਟੀਲੀਆ, ਐਮਫੀਬੀਆ, ਇੱਥੋਂ ਤੱਕ ਕਿ ਓਸਟੀਥਾਈਸ, ਜਾਂ ਪਤਾ ਤੁਹਾਨੂੰ ਇਹ ਓਸਟੀਥਾਈਸ, ਠੀਕ ਹੈ। ਇਸ ਕਲਾਸ 'ਚ ਕੌਣ ਆਉਂਦਾ? ਫਿਸ਼ੀਜ਼ ਆ ਜਾਂਦੀਆਂ। ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂ ਦੇ ਵਿੱਚ ਕਿ ਫਿਸ਼ੀਜ਼ ਵੀ ਵਰਟੀਬਰੇਟ ਹੁੰਦੀਆਂ ਨੇ, ਉਹਨਾਂ ਦੇ ਵੀ ਵਰਟੀਬਰੇ ਹੁੰਦੇ, ਉਹਨਾਂ ਦੀ ਵੀ ਬੈਕਬੋਨ ਹੁੰਦੀ ਹੈ। ਸੋ ਇਹ ਬਹੁਤ ਸਾਰੀਆਂ ਕਲਾਸਿਸ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਕਿਹੜੀ ਫਾਈਲਮ ਦੇ ਅੰਡਰ ਆ ਗਈਆਂ? ਕੋਡ ਡੇਟਾ। ਇੰਟਰਸਟਿੰਗ ਹੈ ਨਾ। ਅੱਗੇ ਤੁਹਾਡੇ ਕੋਲ ਆ ਗਿਆ ਕਿੰਗਡਮ, ਸਭ ਤੋਂ ਹਾਈਐਸਟ ਕੈਟਾਗਰੀ ਹੈ, ਇਹ ਗਰੁੱਪ ਹੈ, ਬਹੁਤ ਸਾਰੀਆਂ ਫਾਈਲਮਸ ਆ ਜਾਣਗੀਆਂ, ਬਹੁਤ ਸਾਰੀਆਂ ਡਿਵੀਜ਼ਨਸ ਆ ਜਾਣਗੀਆਂ। ਤਾਂ ਜੇ ਠੀਕ ਹੈ, ਜੇਕਰ ਬਹੁਤ ਸਾਰੀਆਂ ਫਾਈਲਾਂ ਆਉਂਦੀਆਂ ਨੇ ਕਿੰਗਡਮ ਦੇ ਅੰਡਰ, ਠੀਕ ਹੈ, ਤਾਂ ਉਹ ਕਿਹੜੀ ਕਿੰਗਡਮ ਬਣ ਜਾਏਗੀ? ਐਨੀਮਲ ਕਿੰਗਡਮ। ਜੇਕਰ ਬਹੁਤ ਸਾਰੀਆਂ ਡਿਵੀਜ਼ਨ ਆ ਜਾਂਦੀਆਂ ਨੇ ਤਾਂ ਉਹ ਕਿਹੜੀ ਬਣ ਜਾਏਗੀ? ਪਲਾਂਟ ਕਿੰਗਡਮ। ਅਤੇ ਬਾਕੀ ਪਤਾ ਹੀ ਹੈ ਤੁਹਾਨੂੰ, ਠੀਕ ਹੈ, ਕਿ ਜੇਕਰ ਅਸੀਂ ਸੈੱਲ ਦਾ ਸਟਰਕਚਰ ਦੇਖੀਏ, ਠੀਕ ਹੈ, ਤਾਂ ਪਲਾਂਟਸ ਦੇ ਵਿੱਚ ਜਿਹੜੀ ਆ ਸੈੱਲ ਵਾਲ ਪ੍ਰੈਜੈਂਟ ਹੁੰਦੀ ਹੈ, ਐਨੀਮਲ ਸੈੱਲਸ ਦੇ ਵਿੱਚ ਸੈੱਲ ਵਾਲ ਨਹੀਂ ਹੁੰਦੀ। ਇਹ ਵੀ ਕੁਛ ਕਰੈਕਟਰਿਸਟਿਕਸ ਹੈ ਜਿਹਦੇ ਬੇਸਿਸ ਦੇ ਉੱਤੇ ਦੋ ਤਰ੍ਹਾਂ ਦੀ ਕਿੰਗਡਮ ਹੋ ਜਾਏਗੀ, ਕਿੰਗਡਮ ਐਨੀਮੀਲੀਆ ਐਂਡ ਕਿੰਗਡਮ ਪਲਾਂਟੀ। ਓਕੇ, ਸੋ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਓਬਲੀਗੇਟ ਕੈਟਾਗਰੀਜ਼ ਦੇ ਬਾਰੇ 'ਚ ਤਾਂ ਮੈਂ ਤੁਹਾਨੂੰ ਦੱਸ ਦਿੱਤਾ, ਮੈਂ ਇੰਟਰਮੀਡੀਏਟ ਕੈਟਾਗਰੀਜ਼ ਦੇ ਬਾਰੇ 'ਚ ਦੱਸਣਾ ਚਾਹੁੰਦੀ। ਬੱਚੇ, ਇੰਟਰਮੀਡੀਏਟ ਕੈਟਾਗਰੀਜ਼ ਕਿਹੜੀਆਂ ਕੈਟਾਗਰੀਜ਼ ਹੋਣਗੀਆਂ? ਕਿ ਜੇਕਰ ਕਿਸੇ ਸਪੀਸੀਜ਼ ਦੀਆਂ ਅੱਗੋਂ ਕੀ ਹੈ, ਸਬ ਸਪੀਸੀਜ਼ ਹੈਗੀਆਂ ਨੇ, ਜਾਂ ਫਿਰ ਸੁਪਰ ਸਪੀਸੀਜ਼ ਹੈਗੀਆਂ ਨੇ, ਵਰਾਇਟੀਜ਼ ਹੈਗੀਆਂ ਨੇ, ਹੈ ਨਾ, ਜੇਕਰ ਕਿਸੇ ਵੀ ਸਬ ਕੈਟਾਗਰੀ ਦੀਆਂ, ਜਿਵੇਂ ਕਿ ਸਬ ਜੈਨਰਾ, ਸਬ ਫੈਮਿਲੀ, ਸਬ ਵਰਡ ਲੱਗਾ ਹੋਏਗਾ ਨਾ, ਠੀਕ ਆ, ਉਹ ਵਾਲੀਆਂ ਕੈਟਾਗਰੀਜ਼ ਕਿਹੜੀਆਂ ਕੈਟਾਗਰੀਜ਼ ਹੋਣਗੀਆਂ? ਇੰਟਰਮੀਡੀਏਟ ਕੈਟਾਗਰੀਜ਼ ਹੋਣਗੀਆਂ, ਠੀਕ ਹੈ ਜੀ। ਸੋ ਇੱਕ ਤੁਹਾਡੇ ਕੋਲ ਛੋਟਾ ਜਿਹਾ ਹੋਰ ਟੋਪਿਕ ਆ ਗਿਆ। ਸੋ ਕੈਟਾਗਰੀ ਆਫ ਰੀਅਲ ਐਗਜ਼ਿਸਟੈਂਸ ਆਫ ਵੇਰੀਅਸ ਕੈਟਾਗਰੀਜ਼ ਆਫ ਕਲਾਸੀਫਿਕੇਸ਼ਨ, ਓਨਲੀ ਦਾ ਸਪੀਸੀਜ਼ ਹੈਵ ਏ ਰੀਅਲ ਐਗਜ਼ਿਸਟੈਂਸ। 7 ਕੈਟਾਗਰੀਜ਼ ਪੜ੍ਹੀਆਂ ਨਾ, ਪਰ ਉਹਦੇ ਵਿੱਚੋਂ ਸਪੀਸੀਜ਼ ਦੀ ਜਿਹੜੀ ਹੈ ਨਾ ਰੀਅਲ ਐਗਜ਼ਿਸਟੈਂਸ ਹੈਗੀ ਹੈ, ਠੀਕ ਹੈ। ਬਾਕੀ ਸਭ ਮੈਨ ਮੇਡ ਹੈਗੀਆਂ ਨੇ, ਗਰੁੱਪ ਬਣਾਏ ਹੋਏ ਆ, ਕਿਉਂਕਿ ਸਪੀਸੀਜ਼ ਜਿਹੜੀ ਹੈ ਨਾ ਉਹ ਕਿਸੇ ਦੀ ਸੇਮ ਨਹੀਂ ਹੋ ਸਕਦੀ, ਠੀਕ ਹੈ। ਬਾਸਮਤੀ ਦੇ ਚਾਵਲ ਬਾਸਮਤੀ 'ਤੇ ਹੀ ਹੈ, ਪਰਮਲ ਦੇ ਕਦੀ ਉਹਦੇ ਵਰਗੇ ਨਹੀਂ ਬਣ ਸਕਦੇ, ਭਾਵੇਂ ਚਾਵਲ ਹੀ ਨੇ। ਓਕੇ, ਇੱਥੇ ਤੱਕ ਤੁਸੀਂ ਸੁਣਨਾ। ਬਾਕੀ ਔਨਲਾਈਨ ਕਲਾਸ ਅਟੈਂਡ ਕਰਨੀ ਹੈ, ਠੀਕ ਹੈ ਜੀ, ਥਰਸਡੇ। ਉਹਦੇ ਵਿੱਚ ਵੀ ਮੈਂ ਕੁਛ ਟੌਪਿਕ ਜਿਹੜੇ ਹੈਗੇ ਆ ਸਿੰਪਲ ਟੌਪਿਕ, ਮੈਂ ਉਹਦੇ 'ਚ ਹੀ ਕਰਵਾਉਣੇ ਆ, ਉਹਦੀ ਮੈਂ ਵੀਡੀਓ ਸੈਂਡ ਨਹੀਂ ਕਰਾਂਗੀ।